ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਪਹਿਲਾਂ ਆਪਾਂ ਗੱਲ ਸ਼ੁਰੂ ਕਰੀਏ ਜੀ ਅੱਜ ਸੈਂਟਰ ਸਟੇਟ ਰਿਲੇਸ਼ਨਸ 'ਤੇ, ਕਿਉਂਕਿ ਹੁਣ ਜੋ ਸਥਿਤੀ ਬਣੀ ਹੋਈ ਹੈ, ਜੋ ਆਪਾਂ ਦੇਖ ਰਹੇ ਹਾਂ ਬੜੇ ਲੰਬੇ ਸਮੇਂ ਤੋਂ ਨਾ, ਇਹ ਲੱਗਦਾ ਹੁੰਦਾ ਵੀ ਸਪੈਸ਼ਲੀ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਫੈਡਰਲ ਸਰਕਾਰ ਹੈ ਅਤੇ ਵੱਖੋ ਵੱਖਰੇ ਸੂਬੇ ਸਟੇਟਸ ਦੀਆਂ ਸਰਕਾਰਾਂ ਨੇ, ਉਹਨਾਂ ਦੇ ਕੀ ਆਪਸੀ ਸੰਬੰਧ ਨੇ ਜਾਂ ਕਿਸ ਤਰ੍ਹਾਂ ਕਿਹੜੀਆਂ ਪਾਵਰਸ ਦੀ ਡਿਸਟਰੀਬਿਊਸ਼ਨ ਆ ਉਹ ਕਿਵੇਂ ਆ, ਉਹਦੇ ਵਿੱਚ ਬੜਾ ਡਿਫਰੈਂਸ ਆ। ਸੋ ਪਹਿਲਾਂ ਤਾਂ ਜੇ ਇਹਨੂੰ ਡਿਫਾਈਨ ਕਰਨਾ ਹੋਵੇ ਵੀ ਸੈਂਟਰ ਸਟੇਟ ਰਿਲੇਸ਼ਨਸ ਕੀ ਨੇ। ਦੇਖੋ ਵਿਜੇ, ਸੈਂਟਰ ਸਟੇਟ ਰਿਲੇਸ਼ਨਸ ਜਦੋਂ ਪ੍ਰੋਵਿੰਸਸ ਨੇ ਜਾਂ ਸਟੇਟਸ ਨੇ ਜਾਂ ਸੂਬੇ ਨੇ ਜਿਹੜੇ ਦੇਸ਼ਾਂ ਦੇ, ਉਹਨਾਂ ਦੀ ਆਪਣੀ ਸਰਕਾਰ ਹੁੰਦੀ ਹੈ, ਸੈਂਟਰ ਦੀ ਇੱਕ ਸਰਕਾਰ ਵੱਖਰੀ ਹੈ ਜੀ। ਇਸ ਤੋਂ ਤੀਜੀ ਜਿਹੜੀ ਲੋਕਲ ਗੌਰਮੈਂਟ ਵੀ ਹੁੰਦੀ ਹੈ, ਜਿਹੜੀ ਸਿਟੀ ਕਾਉਂਸਲਸ ਨੇ ਜਿਸ ਤਰ੍ਹਾਂ, ਦੈਟਸ ਟਰੂ, ਯੈਸ। ਹਾਂ, ਜਿਹੜੀ ਇਹਨੂੰ ਇਗਨੋਰ ਕੀਤਾ ਜਾਂਦਾ ਜਦੋਂ ਆਪਾਂ ਗੱਲ ਕਰਦੇ ਹਾਂ। 3 ਲੈਵਲ ਗੌਰਮੈਂਟ ਹੈ, ਯੈਸ। ਇਹਨਾਂ ਦੇ ਬਹੁਤ ਸਾਰੇ ਰਿਲੇਸ਼ਨ ਹੁੰਦੇ ਆ, ਪਰ ਜਿਹੜੇ 2 ਇੰਪੋਰਟੈਂਟ ਹੁੰਦੇ ਆ ਉਹ ਪੋਲੀਟੀਕਲ ਹੁੰਦੇ ਨੇ, ਇੱਕ ਹੁੰਦੇ ਨੇ ਫਾਈਨੈਂਸ਼ੀਅਲ ਜਾਂ ਇਕਨੋਮਿਕ। ਰਾਈਟ। ਪੋਲੀਟੀਕਲ ਇਹ ਹੁੰਦੇ ਨੇ ਵੀ ਕਿਹੜੀਆਂ ਧਾਰਾਵਾਂ ਦੇ ਉੱਤੇ ਜਾਂ ਕਿਹੜੇ ਵਿਸ਼ਿਆਂ 'ਤੇ ਫੈਡਰਲ ਗੌਰਮੈਂਟ ਕਾਨੂੰਨ ਬਣਾ ਸਕਦੀ ਹੈ, ਕਿਹੜੇ 'ਤੇ ਸਟੇਟ ਬਣਾ ਸਕਦੀ ਹੈ, ਕਿਹੜੇ 'ਤੇ ਦੋਨੇ ਬਣਾ ਸਕਦੀਆਂ ਨੇ। ਰਾਈਟ। ਸੋ ਅਤੇ ਕਿਸ ਤਰ੍ਹਾਂ ਜਿਹੜਾ ਹੈਗਾ ਆਰਥਿਕ ਸਾਧਨ ਨੇ ਜਿਹੜੇ ਮੋਬਿਲਾਈਜ਼ ਕੀਤੇ ਜਾਂਦੇ ਨੇ, ਬਜਟ ਇਕੱਠਾ ਕੀਤਾ ਜਾਂਦਾ ਹੈ, ਟੈਕਸ ਲਾਏ ਜਾਂਦੇ ਨੇ, ਉਹਦੀ ਕਲੈਕਸ਼ਨ ਕੌਣ ਕਰੇਗਾ ਅਤੇ ਇਹਦੀ ਵੰਡ ਕਿਸ ਤਰ੍ਹਾਂ ਹੋਊਗੀ, ਇਹ ਫਾਈਨੈਂਸ਼ੀਅਲ ਰਿਲੇਸ਼ਨਸ ਹੁੰਦੇ ਨੇ ਮੋਟੇ ਰੂਪ ਵਿੱਚ ਜੀ। ਅੱਛਾ, ਹੁਣ ਜੇ ਇਹਨੂੰ ਵੇਖੀਏ, ਕਿਉਂਕਿ ਇਹਦੀ ਜੇ ਮਿਸਾਲ ਕੈਨੇਡਾ, US, ਫਿਰ ਜੇ ਇਹਨੂੰ ਕੰਪੇਅਰ ਕਰੀਏ ਆਪਾਂ ਇੰਡੀਆ ਦੇ ਨਾਲ, ਸੋ ਇਹਦੇ ਵਿੱਚ ਵੱਖਰੇਵਾਂ ਹੈ, ਡਿਫਰੈਂਸ ਬਹੁਤ ਹੈ। ਜਿਵੇਂ ਤੁਸੀਂ ਕਿਹਾ ਨਾ ਵੀ ਕੁਝ ਤੇ ਅਧਿਕਾਰ ਖੇਤਰ ਨੇ ਉਹ ਸਾਂਝੇ ਨੇ ਅਤੇ ਕੁਝ ਬੜੇ ਕਲੀਅਰਲੀ ਡਿਫਾਈਨਡ ਨੇ, ਪਰ ਕੁਝ ਸਮੇਂ ਦੇ ਨਾਲ ਬਦਲਦੇ ਵੀ ਰਹਿੰਦੇ ਨੇ, ਕਈਆਂ ਬਾਰੇ ਕਨਫਿਊਜ਼ਨ ਬੜੀ ਰਹਿੰਦੀ ਆ। ਸੋ ਜੇ ਇਹਦਾ ਸਿੱਧਾ ਅਸਰ ਫਿਰ ਜੇ ਪੋਲੀਟੀਕਲ ਇੰਪੈਕਟ ਹੈ ਅਤੇ ਜੇ ਫਾਈਨੈਂਸ਼ੀਅਲ ਇੰਪੈਕਟ ਹੈ, ਤਾਂ ਸਰਟਨਲੀ ਇਹ ਦੋਨੋਂ ਚੀਜ਼ਾਂ ਜੁੜਦੀਆਂ ਨੇ ਫਿਰ ਇਕਨੋਮਿਕ ਡਿਵੈਲਪਮੈਂਟ ਦੇ ਨਾਲ। ਸੋ ਇਹਦਾ ਇਕਨੋਮਿਕ ਡਿਵੈਲਪਮੈਂਟ ਦੇ ਉੱਪਰ ਕੀ ਅਤੇ ਕਿਵੇਂ ਅਸਰ ਪੈਂਦਾ? ਦੇਖੋ, ਪੋਲੀਟੀਕਲ ਜਿਹੜਾ ਜਿਸ ਤਰ੍ਹਾਂ ਹੈ, 1994 ਤੋਂ ਪਹਿਲਾਂ ਜੇ ਲਈਏ ਤਾਂ ਸੈਂਟਰ ਗੌਰਮੈਂਟ ਕੋਲ ਬਹੁਤ ਵਾਰੀ ਸਟੇਟਾਂ ਦੀਆਂ ਸਰਕਾਰਾਂ ਹੀ ਤੋੜ ਦਿੱਤੀਆਂ ਜਾਂਦੀਆਂ ਸੀਗੀਆਂ। 1994 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਕਰਕੇ ਇਸ ਨੂੰ ਸਕਰੂਟਨਾਈਜ਼ ਕੀਤਾ ਇੰਡੀਆ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਸਰਕਾਰ ਤੋੜ ਦਿਓ। ਇੱਥੇ ਤਾਂ ਸਰਕਾਰ ਤੋੜੀ ਨਹੀਂ ਜਾ ਸਕਦੀ ਨਾ। ਸੋ ਇੱਕ ਤਾਂ ਇਹ ਸੀਗਾ। ਦੂਸਰਾ, ਹੁਣ ਦੇਖੋ ਪਿਛਲੇ ਵਾਰੀ ਕਸ਼ਮੀਰ ਦਾ ਵੀ ਰੌਲਾ ਪਿਆ ਵੀ ਉੱਥੇ ਜਿਹੜੀ ਹੈਗੀ ਬਾਈਫਰਕੇਸ਼ਨ ਕੀਤੀ ਹੈ ਵੀ ਕੀ ਫੈਡਰਲ ਗੌਰਮੈਂਟ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਉਹਦੇ ਲਈ ਸਟੇਟ ਅਸੈਂਬਲੀ ਦਾ ਜ਼ਰੂਰੀ ਹੁੰਦਾ ਹੈ। ਸਟੇਟ ਅਸੈਂਬਲੀ ਹੈ ਨਹੀਂ ਸੀ ਉੱਥੇ। ਇਹ ਤਾਂ ਪੋਲੀਟੀਕਲ ਹੋ ਗਿਆ। ਇਹਦੇ ਨਾਲ ਜਿਹੜੀਆਂ ਇਕਨੋਮਿਕ ਜਾਂ ਦੂਸਰੀਆਂ ਜਿਹੜੀਆਂ ਸਰਵਿਸਿਜ਼ ਦੀਆਂ ਦੇ ਉੱਤੇ ਹੈ, ਜਿਹੜਾ ਜਿਵੇਂ ਐਗਰੀਕਲਚਰ ਦਾ ਹੁਣ ਰੌਲਾ ਪਿਆ ਹੋਇਆ, ਫਾਰਮਰਸ ਦਾ ਹੈ, ਤਾਂ ਉਹਦੇ ਵਿੱਚ ਫਾਰਮਰਸ ਕਹਿ ਰਹੇ ਵੀ ਇਹਦੇ ਉੱਪਰ ਸੈਂਟਰ ਗੌਰਮੈਂਟ ਕਾਨੂੰਨ ਬਣਾ ਹੀ ਨਹੀਂ ਸਕਦੀ ਗੀ ਜੀ। ਸੈਂਟਰ ਗੌਰਮੈਂਟ ਕਹਿੰਦੀ ਹੈ ਵੀ ਅਸੀਂ ਬਣਾ ਸਕਦੇ ਹਾਂ। ਆਰਟੀਕਲ 33 ਦੇ ਅੰਡਰ, ਜਿਹੜੀ 7ਵੀਂ ਸੂਚੀ ਹੈ, ਉਹਦੇ ਵਿੱਚ ਆਰਟੀਕਲ 33 ਦੇ ਅੰਡਰ ਇਹ ਕੀਤਾ ਗਿਆ ਹੈ। ਉਹ ਟਰੇਡ ਨਾਲ ਹੈ। ਹੁਣ ਇਹਦੇ ਡਿਸਪਿਊਟ ਹੈ। ਇਹ ਤਾਂ ਕੋਈ ਜਿਹੜੇ ਕੰਸਟੀਟਿਊਸ਼ਨ ਦੇ ਐਕਸਪਰਟ ਨੇ ਉਹ ਦੱਸ ਸਕਦੇ ਨੇਗੇ ਵੀ ਇਹਦੇ ਵਿੱਚ ਕਰ ਸਕਦੇ ਕਿ ਨਹੀਂ ਕਰ ਸਕਦੇ, ਪਰ ਇੱਕ ਡਿਸਪਿਊਟ ਪੈਦਾ ਹੋਇਆ ਜਿਹਨੂੰ ਕਲੀਅਰ ਕਰਨ ਦੀ ਲੋੜ ਹੈ। ਇਹਦੇ ਵਿੱਚ ਵਿਜੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈਗਾ ਵੀ ਜਦੋਂ ਇਹ ਕਲੀਅਰਲੀ ਡਿਫਾਈਨਡ ਨਹੀਂ ਹੁੰਦੇ ਜਾਂ ਸੈਂਟਰਲਾਈਜੇਸ਼ਨ ਹੁੰਦੀ ਹੈ ਨਾ, ਉਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਦੇ ਉੱਪਰ ਬਹੁਤ ਅਸਰ ਪੈਂਦਾ ਹੈਗਾ। ਦੇਖੋ, ਹੁਣ ਐਗਰੀਕਲਚਰ ਦੀ ਆਪਾਂ ਜੇ ਗੱਲ ਕਰੀਏ ਪੰਜਾਬ ਦੀ ਜੀ, ਸਾਡਾ ਵਾਟਰ ਰਿਸੋਰਸਿਸ ਖਤਮ ਹੋ ਰਹੇ ਨੇ। ਉਹਦੇ ਲਈ ਸਾਡੇ ਕੋਲ ਇਨਵਾਇਰਨਮੈਂਟ ਦਾ ਜਾਂ ਸਾਡੀ ਸੋਇਲ ਦੀ ਫਰਟੀਲਿਟੀ ਹੈ, ਉਹਦੀ ਪ੍ਰੋਬਲਮ ਆ ਰਹੀ ਹੈ। ਕੋਈ ਫੰਡ ਨਹੀਂ ਅਸੀਂ ਜਿਹੜਾ ਕ੍ਰੀਏਟ ਕਰ ਸਕੀਏ ਕਿਸੇ ਵੀ ਕਿਸਮ ਦਾ। ਪ੍ਰਪੋਜ਼ਲ ਇਹ ਦਿੱਤੀ ਗਈ ਸੀ ਵੀ ਫੈਡਰਲ ਗੌਰਮੈਂਟ 10,000 ਕਰੋੜ ਰੁਪਏ ਦਾ ਇੱਕ ਔਨਗੋਇੰਗ ਫੰਡ ਕ੍ਰੀਏਟ ਕਰੇ, ਹਰ ਸਾਲ ਉਹਦੇ ਵਿੱਚ 10,000 ਕਰੋੜ ਰੁਪਏ ਪਾਏ ਜਾਣ ਜੀ। ਅਤੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ ਰਿਸੋਰਸਿਸ ਦੀ ਪ੍ਰੋਬਲਮ ਆ ਰਹੀ ਹੈ, ਡੀਗ੍ਰੇਡ ਹੋ ਰਹੇ ਨੇ, ਉਹਦੇ ਲਈ ਜਿਹੜੇ ਐਫਰਟ ਕੀਤੀਆਂ ਜਾਣ। ਉਹਦੇ 'ਚ ਰਿਸਰਚ ਐਂਡ ਡਿਵੈਲਪਮੈਂਟ ਵੀ ਹੋ ਸਕਦੀ ਹੈ, ਉਹਦੇ 'ਚ ਡਾਇਰੈਕਟ ਇੰਟਰਵੈਂਸ਼ਨ ਵੀ ਹੋ ਸਕਦੀ ਹੈ, ਉਹਦੇ 'ਚ ਫਾਰਮਰਸ ਨੂੰ ਫੈਸਿਲਿਟੀ ਵੀ ਦਿੱਤੀ ਜਾ ਸਕਦੀ ਹੈ। ਸੋ ਦੇਖੋ, ਸਾਡੀਆਂ 15 ਐਗਰੋ ਕਲਾਈਮੈਟਿਕ ਜ਼ੋਨਸ ਨੇ ਇੰਡੀਆ ਦੀਆਂ, ਜੇ ਆਪਾਂ ਲਈਏ ਤਾਂ ਇੰਡੀਆ ਦੇ ਵਿੱਚ ਉਹਨਾਂ ਜ਼ੋਨ ਦੀਆਂ ਪ੍ਰੋਬਲਮ ਹੀ ਡਿਫਰੈਂਟ ਹੈ। ਹਰ ਕਿਸੇ ਦੀ ਰਿਕੁਆਇਰਮੈਂਟ ਵੱਖਰੀ ਹੈ। ਉਹਦੇ ਲਈ ਪਾਲਿਸੀ ਵੱਖਰੀ ਚਾਹੀਦੀ ਹੈ, ਉਹਦੇ ਲਈ ਜਿਹੜੇ ਪੈਸੇ ਦੇ ਸਾਧਨ ਹੈ ਉਹ ਵੱਖਰੇ ਚਾਹੀਦੇ ਨੇ ਜੀ। ਸੋ ਸਾਰਿਆਂ ਲਈ ਜਦੋਂ ਵਨ ਸਾਈਜ਼ ਫਿਟਸ ਆਲ ਦੀ ਗੱਲ ਕਰਦੇ ਹਾਂ ਅਸੀਂ, ਉਹ ਮੁਮਕਿਨ ਨਹੀਂ ਹੁੰਦਾ ਗਾ, ਨਾ ਹੀ ਉਹ ਇਫੈਕਟਿਵ ਹੁੰਦਾ ਹੈ। ਅੱਛਾ, ਹੁਣ ਜਦੋਂ ਗੱਲ ਇਹ ਆਉਂਦੀ ਹੈ ਜੀ, ਇੱਕ ਪੋਲੀਟੀਕਲ ਯੂਨੀਫਿਕੇਸ਼ਨ ਦੀ ਗੱਲ ਹੈ ਨਾ, ਵਿੱਚ ਉਹ ਚੇਨ ਆਫ ਕਮਾਂਡ ਬਣੀ ਹੋਈ ਆ, ਜੋ ਕਿ ਮੈਂ ਜਦੋਂ ਜਿੰਨੀ ਕੁ ਜਾਣਕਾਰੀ ਮੁਤਾਬਕ ਜਦੋਂ ਮੈਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦਾ, ਉਹਦੇ 'ਚ ਸਿੱਧਾ ਇੱਕ ਤਾਂ ਇਹ ਹੈ ਵੀ ਜੋ ਇੰਡੀਆ ਦਾ ਅਸੀਂ ਪੋਲੀਟੀਕਲ ਸਟਰਕਚਰ ਵੇਖੀਏ, ਸੈਂਟਰ ਸਟੇਟ ਰਿਲੇਸ਼ਨਸ ਦਾ, ਹਾਲਾਂਕਿ ਖੇਤਰੀ ਪਾਰਟੀਆਂ ਵੀ ਬਹੁਤ ਨੇ, ਪਰ ਫਿਰ ਵੀ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਦੀ ਇੱਕ ਸੈਂਟਰਲ ਚੇਨ ਆਫ ਕਮਾਂਡ ਆ। ਹੁਣ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਇਹ ਨਹੀਂ ਹੈ ਕਿ ਫੈਡਰਲ NDP ਵਾਲੇ ਪ੍ਰੋਵਿੰਸ਼ੀਅਲ NDP ਦੇ ਉਹ ਹਾਈ ਕਮਾਂਡ ਹੋਣ, ਜਾਂ ਫੈਡਰਲ ਲਿਬਰਲਸ ਪ੍ਰੋਵਿੰਸ਼ੀਅਲ ਲਿਬਰਲਸ ਦੇ ਹਾਈ ਕਮਾਂਡ ਹੋਣ, ਜਾਂ ਗਰੀਨ ਜਾਂ ਕੰਜ਼ਰਵੇਟਿਵਸ ਜਾਂ ਸੋ ਐਂਡ ਸੋ ਫੋਰਥ। ਆਈਡੀਓਲੋਜੀ ਭਾਵੇਂ ਸੇਮ ਹੋ ਸਕਦੀ ਹੈ। ਸੋ ਕੀ ਸੈਂਟਰ ਸਟੇਟ ਰਿਲੇਸ਼ਨਸ ਦਾ ਇੱਕ ਸਭ ਤੋਂ ਵੱਡਾ ਇੰਪੈਕਟ ਇਹ ਵੀ ਹੈ ਕਿ ਜਿਹੜੀਆਂ ਉਸੇ ਹੀ ਪਾਰਟੀ ਦੀਆਂ ਸ਼ਾਖਾਵਾਂ ਜਦੋਂ ਸਟੇਟਸ ਦੇ ਵਿੱਚ ਹੁੰਦੀਆਂ ਨੇ, ਤਾਂ ਉਹਨਾਂ ਦੇ ਉੱਪਰ ਜਿਹੜੀ ਸੈਂਟਰਲ ਲੈਵਲ ਦੀ ਪਾਰਟੀ ਆ ਉਹਦਾ ਦਬਦਬਾ ਰਹਿੰਦਾ?
ਨਹੀਂ ਦੇਖੋ, ਇਹ ਜਦੋਂ ਦਬਦਬਾ ਤਾਂ ਚਲੋ ਪੋਲੀਟੀਕਲ ਪਾਰਟੀ ਆਪਣੀਆਂ ਸਟੇਟ ਯੂਨਿਟ 'ਤੇ ਰੱਖੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਜੇ ਸਟੇਟ ਯੂਨਿਟ ਦੀ ਸਰਕਾਰ ਦੇ ਉੱਪਰ ਵੀ ਦਬਦਬਾ ਰੱਖਿਆ ਜਾਣਾ ਹੈਗਾ ਤਾਂ ਉਹ ਗਲਤ ਹੈ। ਪਾਰਟੀ ਵਿੱਚ ਜੋ ਮਰਜ਼ੀ ਕਰਨ ਆਪਣਾ। ਸੋ ਇਹਦੇ 'ਚ ਕੀ ਹੁੰਦਾ ਹੈਗਾ ਵੀ ਇਹਦੇ ਨਾਲ ਜਿਹੜੇ ਰਿਸੋਰਸ ਐਲੋਕੇਸ਼ਨ ਹੈ ਨਾ, ਜਿਹੜੀ ਸੈਂਟਰ ਵੱਲੋਂ ਜਾਂਦੀ ਹੈ, ਉਹਦੇ 'ਚ ਫਰਕ ਪੈ ਜਾਂਦਾ ਹੈ। ਜਿਵੇਂ ਤੁਸੀਂ, ਜੇ ਤੁਹਾਡੀ ਸਰਕਾਰ ਹੈ, ਤੁਸੀਂ ਉਸ ਨੂੰ ਜ਼ਿਆਦਾ ਬੈਨੀਫਿਟ ਦੇਣੇ ਸ਼ੁਰੂ ਕਰ ਦਿੰਦੇ ਹੋ। ਜੇ ਆਪੋਜੀਸ਼ਨ ਦੀ ਸਰਕਾਰ ਹੈਗਾ ਤਾਂ ਤੁਸੀਂ ਉਸ ਤੋਂ ਹੱਥ ਖਿੱਚਣਾ ਸ਼ੁਰੂ ਕਰ ਲੈਂਦੇ ਹੋ, ਉਸ ਨੂੰ ਪੈਸੇ ਦੇਣ ਦੇ ਜਾਂ ਸ਼ੇਅਰਿੰਗ ਦੇ ਵਿੱਚ ਬਾਇਸ ਹੁੰਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਜਦੋਂ 14ਵਾਂ ਫਾਈਨਾਂਸ ਕਮਿਸ਼ਨ ਸੀਗਾ, ਉਸ ਵੇਲੇ ਮੈਂ ਉੱਥੇ ਸੀ, ਅਤੇ ਫਾਈਨਾਂਸ ਕਮਿਸ਼ਨ ਨਾਲ ਡਿਸਕਸ਼ਨਸ ਹੋਈਆਂ। ਜਦੋਂ ਜਿਹੜਾ ਫਾਈਨਾਂਸ ਕਮਿਸ਼ਨ ਦਾ ਕੰਮ ਹੁੰਦਾ ਹੈ ਵੀ ਸੈਂਟਰ ਤੇ ਸਟੇਟ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਾਧਨਾਂ ਦੀ ਵੰਡ ਕਰਨੀ ਹੈ, ਜਿਹੜੇ ਟੈਕਸ ਕਲੈਕਟ ਹੁੰਦੇ ਆ ਸੈਂਟਰ ਦੇ ਵਿੱਚ, ਉਹ ਸਟੇਟਾਂ ਨਾਲ ਕਿਵੇਂ ਸ਼ੇਅਰ ਕੀਤੇ ਜਾਣੇ ਆ ਜੀ। ਉਸ ਵੇਲੇ ਡਿਸਕਸ਼ਨਸ ਹੋਈਆਂ ਤਾਂ ਇੱਕ ਬੜਾ ਜ਼ੋਰਦਾਰ ਤਰੀਕੇ ਨਾਲ ਸਾਰੇ ਇਕਨੋਮਿਸਟ ਸੀ ਜਿਹੜੇ ਪੰਜਾਬ ਦੇ, ਉਹਨਾਂ ਨੇ ਕਿਹਾ ਵੀ ਇੱਕ 20,000 ਕਰੋੜ ਦਾ ਪੈਕੇਜ ਪੰਜਾਬ ਨੂੰ ਇਸ ਵੇਲੇ ਲੋੜ ਹੈ। ਬਿਲਕੁਲ। ਤਾਂ ਫਾਈਨਾਂਸ ਕਮਿਸ਼ਨ ਐਗਰੀ ਵੀ ਕਰ ਗਿਆ ਉੱਥੇ ਜੀ, ਪਰ ਜਦੋਂ ਰਿਪੋਰਟ ਆਈ ਤਾਂ ਉਹ ਵਿੱਚ ਹੈ ਨਹੀਂ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਉੱਪਰੋਂ ਮੇਰਾ ਖਿਆਲ ਹੈ ਫਾਈਨਾਂਸ ਕਮਿਸ਼ਨ 'ਤੇ ਵੀ ਉਦੋਂ ਪ੍ਰੈਸ਼ਰ ਪਿਆ ਵੀ ਇਸ ਨੂੰ ਤੁਸੀਂ ਡਿਲੀਟ ਕਰੋ ਜਿਹੜੀ ਹੈ। ਉਹਨਾਂ ਨੇ ਬਿਲਕੁਲ ਐਗਰੀ ਕਰ ਲਿਆ ਸੀ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਵੀ ਅਸੀਂ 20,000 ਕਰੋੜ ਦਾ ਇੱਕ ਸਪੈਸ਼ਲ ਐਗਰੀਕਲਚਰ ਰਿਵਾਈਵਲ ਪੈਕੇਜ ਜਿਹੜਾ ਪੰਜਾਬ ਨੂੰ ਦੇਵਾਂਗੇ। ਪਰ ਉਹਦੀ ਜਗ੍ਹਾ ਦੇ ਉੱਤੇ ਕਈ ਸਟੇਟਾਂ ਦੇ ਵਿੱਚ ਜਿੱਥੇ ਇਲੈਕਸ਼ਨਾਂ ਸੀਗੀਆਂ ਜੀ, ਉੱਥੇ ਪੈਕੇਜ ਦਿੱਤੇ ਗਏ। ਫਿਰ ਉਹੀ ਗੱਲ, ਕਿਉਂਕਿ ਆਈ ਥਿੰਕ ਵੀ ਕਿਉਂਕਿ ਜਿਹੜੀ ਸੈਂਟਰ ਵਾਲੀ ਪਾਰਟੀ ਆ ਉਹੀ ਹਾਈ ਕਮਾਂਡ ਹੈ ਉਸ ਪਾਰਟੀ ਦੀ, ਜਿਹੜੀ ਕਿ ਸੂਬਾ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਕਰਕੇ ਉਹ ਜਿਹੜੇ ਫੰਡਿੰਗ ਦੀ ਬਾਈਫਰਕੇਸ਼ਨ ਆ ਉਸ ਹਿਸਾਬ ਨਾਲ ਹੋ ਜਾਂਦੀ ਹੈ, ਕਿਉਂਕਿ ਤੁਹਾਡਾ ਸਟੇਟ ਦੇ ਵਿੱਚ ਵੀ ਜਿਹੜਾ ਪੋਲੀਟੀਕਲ ਗੇਨ ਆ ਉਹ ਕੇਂਦਰ ਦੀ ਪਾਰਟੀ ਨੂੰ ਇੰਪੈਕਟ ਕਰਦਾ। ਹਾਂ ਬਿਲਕੁਲ ਵਿਜੇ, ਤੁਹਾਡੀ ਗੱਲ ਠੀਕ ਹੈ। ਪਰ ਜੇ ਇਸ ਨੂੰ ਆਪਾਂ ਪਾਸੇ ਵੀ ਰੱਖ ਲਈਏ ਤਾਂ ਕਈ ਵਾਰ ਕੀ ਹੁੰਦਾ ਵੀ ਜਿਹੜੀ ਪਾਲਿਸੀ ਹੈ ਨਾ, ਜਿਵੇਂ ਦੇਖੋ ਮੈਂ ਇੱਕ ਉਦਾਹਰਨ ਨਾਲ ਤੁਹਾਨੂੰ ਗੱਲ ਸਮਝਾਵਾਂ। ਇਹ ਐਜੂਕੇਸ਼ਨ ਪਾਲਿਸੀ 1976 ਦੇ ਵਿੱਚ ਸਟੇਟਾਂ ਤੋਂ ਕੱਢ ਕੇ ਜਿਹੜੀ ਕਨਕਰੈਂਟ ਲਿਸਟ ਦੇ ਵਿੱਚ ਚਲੀ ਗਈ। ਮਿਸ਼ਰਤ ਲਿਸਟ ਹੈ ਜਿਹੜੀ, ਤੇ ਸੈਂਟਰ ਵੀ ਬਣਾ ਸਕਦਾ ਕਾਨੂੰਨ ਤੇ ਸਟੇਟ ਵੀ ਬਣਾ ਸਕਦੀ ਹੈ। ਪਹਿਲਾਂ ਸਟੇਟ ਕੋਲ ਸੀ। ਉਹਦੇ ਨਾਲ ਕੀ ਹੋਇਆ ਵੀ 1986 ਦੇ ਵਿੱਚ ਐਜੂਕੇਸ਼ਨਲ ਪਾਲਿਸੀ ਲਿਆਂਦੀ ਗਈ, ਜਿਹਨੇ ਸਾਰੇ ਮੇਰਾ ਖਿਆਲ ਹੈ ਐਜੂਕੇਸ਼ਨ ਨੂੰ ਬਿਲਕੁਲ ਡੀਰੇਲ ਕਰਤਾ। ਉਦੋਂ ਕਿਹਾ ਗਿਆ ਵੀ +1 ਤੇ +2 ਜਾਂ 11th ਜਾਂ 12th ਗ੍ਰੇਡ ਹੈ ਸਕੂਲਾਂ ਦੇ ਵਿੱਚ ਹੋਣਗੇ। ਸਾਰੇ ਸਕੂਲਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਸਾਇੰਸ ਸਟਰੀਮ ਸ਼ੁਰੂ ਕਰਤੀ। ਹਾਂਜੀ, ਥੱਲਿਓਂ ਤਿਆਰੀ ਨਹੀਂ ਕੀਤੀ ਬਿਲਕੁਲ ਜੀ। ਜਦੋਂ 10ਵੀਂ ਕਰਨ ਤੋਂ ਬਾਅਦ ਬੱਚੇ ਸਾਇੰਸ ਸਟਰੀਮ ਦੇ ਵਿੱਚ ਗਏ, ਉਹ ਫੇਲ ਹੋ ਗਏ ਸਾਰੇ। ਤਾਂ ਫਿਰ ਕੀ ਹੋਇਆ ਵੀ ਸਾਇੰਸ ਸਟਰੀਮ ਬੰਦ ਕਰ ਦਿਓ ਜੀ ਪਿੰਡਾਂ ਦੇ ਵਿੱਚ। ਇਹਦੇ ਨਾਲ ਇੱਕ ਪੋਲਰਾਈਜੇਸ਼ਨ ਹੋ ਗਈ, ਸਾਰੀ ਸਾਇੰਸ ਸਟਰੀਮ ਸ਼ਹਿਰਾਂ ਦੇ ਵਿੱਚ ਤੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਰਹਿ ਗਈ ਜੀ। ਤੇ ਉਹਦੇ ਨਾਲ ਕੀ ਹੋਇਆ ਵੀ ਸਟੱਡੀ ਆਈ ਹੈ ਵੀ ਟੈਕਨੀਕਲ ਇੰਸਟੀਟਿਊਸ਼ਨ ਦੇ ਵਿੱਚ ਸਿਰਫ ਰੂਰਲ ਏਰੀਏ 'ਚੋਂ 4% ਬੱਚੇ ਆ ਰਹੇ ਨੇ ਹੁਣ। ਅੱਛਾ ਜੀ। ਉਸ ਪਾਲਿਸੀ ਦਾ ਅਸਰ ਦੇਖੋ ਤੁਸੀਂ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ BSc ਐਗਰੀਕਲਚਰ, ਜਿੱਥੇ 90% ਸਟੂਡੈਂਟ ਪਿੰਡਾਂ 'ਚੋਂ ਆਉਂਦੇ ਸੀ, ਉੱਥੇ ਵੀ 4% ਹੈ ਜੀ। ਸੋ ਇੱਕ ਰੂਰਲ ਏਰੀਆ ਬਿਲਕੁਲ ਪਾਸੇ ਕਰਤਾ ਇਸ ਪਾਲਿਸੀ ਨੇ। ਸੋ ਜੇ ਸਟੇਟ ਕੋਲ ਪਾਲਿਸੀ ਹੁੰਦੀ, ਇੱਕ ਦੇਖੋ ਅੰਨੀ ਪ੍ਰਾਈਵੇਟਾਈਜੇਸ਼ਨ ਹੋ ਗਈ ਹੈ ਜੀ ਉਸ ਪਾਲਿਸੀ ਦੇ ਅੰਡਰ, ਤਾਂ ਹੁਣ ਕੀ ਹੈ ਵੀ ਕੋਈ ਕੁਆਲਿਟੀ ਇੰਸ਼ੋਰੈਂਸ ਨਹੀਂ ਗਾ ਐਜੂਕੇਸ਼ਨ ਦਾ। ਜਦੋਂ ਪਹਿਲਾਂ ਤੁਸੀਂ ਦੇਖੋ ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬ ਦੇ ਕਾਲਜ, ਪੰਜਾਬ ਦੇ ਈਵਨ ਸਕੂਲਾਂ ਦੇ ਵਿੱਚ ਵੀ ਬੜਾ ਕੁਆਲਿਟੀ ਇੰਸ਼ੋਰੈਂਸ ਸੀਗਾ, ਜਿਹੜਾ ਬਿਲਕੁਲ ਹੁਣ ਖਤਮ ਹੋ ਚੁੱਕਿਆ ਹੈਗਾ। ਤੇ ਉਹਦੇ ਨਾਲ ਕੀ ਹੈ 19% ਬੱਚੇ ਸਰਕਾਰੀ ਸਕੂਲਾਂ 'ਚ ਰਹਿ ਗਏ ਇਸ ਵੇਲੇ, 81% ਪ੍ਰਾਈਵੇਟ ਸਕੂਲ ਦੇ ਵਿੱਚ ਚਲੇ ਗਏ ਜੀ। ਸੋ ਇਹ ਪਾਲਿਸੀ ਸਟੇਟ ਤੋਂ ਖੋ ਕੇ ਇਹ ਅਸਰ ਹੋਇਆ ਹੈਗਾ ਵੀ ਸਟੇਟ ਬਿਲਕੁਲ ਹੋ ਗਈ ਇਸ ਗੱਲ ਦੇ ਵਿੱਚ ਇੰਟਰਵੀਨ ਨਹੀਂ ਕਰ ਸਕਦੀ। ਜੋ ਕਿਤੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੋਰਟ ਚਲੇ ਜਾਂਦੇ ਨੇ ਐਜੂਕੇਸ਼ਨਲ ਅਦਾਰੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਕਰਦੇ ਨੇ, ਤੇ ਕੋਰਟ ਦੇ ਵਿੱਚੋਂ ਸਟੇ ਮਿਲ ਜਾਂਦਾ ਹੈਗਾ। ਸੋ ਹੁਣ ਵੀ ਨਵੀਂ ਪਾਲਿਸੀ ਜਿਹੜੀ ਇਸ ਗੌਰਮੈਂਟ ਤੋਂ ਵੀ ਲਿਆਂਦੀ ਗਈ ਹੈ, ਇਹਦੇ ਵਿੱਚ ਫੰਡਿੰਗ ਬੰਦ ਕਰ ਦਿੱਤੀ ਗਈ ਹੈ ਜੀ। ਫੰਡਿੰਗ ਬਹੁਤ ਘਟਾ ਦਿੱਤੀ ਗਈ ਹੈ। ਸੋ ਜਦੋਂ ਫੈਡਰਲ ਇਸ ਤਰ੍ਹਾਂ ਦਾ ਹੋਣ ਲੱਗ ਜਾਂਦਾ, ਸਟੇਟਾਂ ਨੂੰ ਕੌਨਫੀਡੈਂਸ 'ਚ ਨਹੀਂ ਲਿਆ ਜਾਂਦਾ, ਤਾਂ ਬਹੁਤ ਸਾਰੇ ਇਹਦੇ ਮਾਰੂ ਪ੍ਰਭਾਵ ਵੀ ਆ ਜਾਂਦੇ ਨੇ। ਅੱਛਾ ਡਾਕਟਰ ਸਾਹਿਬ, ਇੱਕ ਸਰਕਾਰੀਆ ਕਮਿਸ਼ਨ ਬੈਠਿਆ ਸੀ ਜਿਹਨੇ ਕਿ ਗੱਲ ਕੀਤੀ ਸੀ ਅਨੰਦਪੁਰ ਮਤੇ ਬਾਰੇ, ਕਿਉਂਕਿ ਉਹਦੇ ਵਿੱਚ ਵੀ ਆਹ ਸਟੇਟਸ ਨੂੰ ਜ਼ਿਆਦਾ ਪਾਵਰ ਦੇਣ ਦੀ ਗੱਲ ਕੀਤੀ ਗਈ ਸੀ। ਹੁਣ ਇੱਕ ਤਾਂ ਸਟੇਟਸ ਨੂੰ ਜ਼ਿਆਦਾ ਪਾਵਰ ਹੈ। ਤੁਸੀਂ ਡਿਸਕਸ਼ਨ ਦੇ ਸ਼ੁਰੂ ਦੇ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਪਹਿਲੂ ਜਿਹੜਾ ਇਸ ਨਹੀਂ ਤਾਂ ਡਿਸਕਸ਼ਨ 'ਚੋਂ ਮੰਨਫੀ ਰਹਿ ਜਾਣਾ ਸੀ, ਤੁਸੀਂ ਕੀਤਾ ਵੀ ਦੇਖੋ ਤੀਜਾ ਲੈਵਲ ਆਫ ਗਵਰਨਮੈਂਟ ਵੀ ਹੈ ਜਿਹੜੇ ਕਿ ਮਿਊਨਿਸਪੈਲਿਟੀਜ਼ ਨੇ ਜਾਂ ਹੁਣ ਪੰਚਾਇਤਾਂ ਨੇ ਜਾਂ ਹੋਰ ਨੇ, ਵੀ ਉਹਨਾਂ ਨੂੰ ਵੀ ਐਕਸਟਰਾ ਪਾਵਰਸ ਜੇ ਕਿਸ ਤਰ੍ਹਾਂ ਦਿੱਤੀਆਂ ਜਾਣ ਅਤੇ ਉਹ ਕਿਵੇਂ ਲਾਹੇਵੰਦ ਹੋ ਸਕਦੀਆਂ ਨੇ। ਥੋੜ੍ਹਾ ਸਰਕਾਰੀਆ ਕਮਿਸ਼ਨ ਬਾਰੇ, ਅਨੰਦਪੁਰ ਮਤੇ ਬਾਰੇ, ਅਤੇ ਜਿਹੜਾ ਫਰਦਰ ਜਿਹੜੀ ਲੋਕਲ ਲੈਵਲ ਆਫ ਗਵਰਨਮੈਂਟ ਆ ਉਹਨੂੰ ਐਕਸਟਰਾ ਪਾਵਰਸ ਉਹ ਕਿਵੇਂ ਕਾਰਗਰ ਸਿੱਧ ਹੋ ਸਕਦੀਆਂ। ਦੇਖੋ ਵਿਜੇ, ਅਨੰਦਪੁਰ ਮਤੇ ਤੋਂ ਬਾਅਦ ਕਾਫੀ ਗੱਲਾਂ ਹੋਈਆਂ ਸੀਗੀਆਂ, ਜਿਹਦੇ ਬਾਅਦ ਦੇ ਵਿੱਚ ਸੈਂਟਰ ਗੌਰਮੈਂਟ ਨੇ ਇੱਕ ਕਮਿਸ਼ਨ ਬਿਠਾਇਆ ਸੀ, ਜਿਹਦੇ ਵਿੱਚ ਜਸਟਿਸ ਸਰਕਾਰੀਆ ਸੀ ਜਿਹੜੇ, ਉਹਦੇ ਚੇਅਰਮੈਨ ਬਣਾਏ ਗਏ ਸੀਗੇ ਜੀ। ਉਸ ਕਮਿਸ਼ਨ ਨੂੰ 1988 ਦੇ ਵਿੱਚ ਬਣਾਇਆ ਗਿਆ ਸੀ। ਉਸ ਕਮਿਸ਼ਨ ਨੇ 247 ਰਿਕਮੈਂਡੇਸ਼ਨ ਦਿੱਤੀਆਂ ਸੀਗੀਆਂ ਸੈਂਟਰ ਸਟੇਟ ਜਿਹੜੇ ਰਿਲੇਸ਼ਨ ਹੈ ਉਹਨਾਂ ਨੂੰ ਵਧੀਆ ਬਣਾਉਣ ਲਈ ਜੀ, ਜਿਹਦੇ ਵਿੱਚੋਂ ਗੌਰਮੈਂਟ ਨੇ 179 ਰਿਕਮੈਂਡੇਸ਼ਨ ਕਿਹਾ ਸੀ ਵੀ ਅਸੀਂ ਮੰਨ ਲੈਣੀ ਹੈ।
ਪਰ ਉਹਨਾਂ 'ਚੋਂ ਵੀ ਜਿਹੜੀਆਂ ਫਾਈਨੈਂਸ਼ੀਅਲ ਇਸ਼ੂਜ਼ ਦੇ ਉੱਤੇ ਸੀਗੀਆਂ ਜਿਹੜੀਆਂ, ਜੀ ਉਹ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਇਫੈਕਟਿਵਲੀ ਨਹੀਂ ਮੰਨੀਆਂ ਗਈਆਂ। ਲੈਟਰ ਐਂਡ ਸਪਿਰਿਟ ਦੇ ਵਿੱਚ ਨਹੀਂ ਮੰਨੀਆਂ ਗਈਆਂ, ਭਾਵੇਂ ਕਿਹਾ ਗਿਆ ਵੀ ਅਸੀਂ ਇਸ ਨੂੰ ਮੰਨ ਲਿਆ। ਉਹਦੇ ਨਾਲ ਕੀ ਹੈ, ਹਾਲ ਤੱਕ ਵੀ ਜਿਹੜੀ ਡਿਸਟਰੀਬਿਊਸ਼ਨ ਹੈ, ਜਿਹੜਾ ਪੈਸਾ ਇਕੱਠਾ ਹੁੰਦਾ ਟੈਕਸਿਸ ਦੇ ਰਾਹੀਂ, ਦੇਖੋ GST ਦਾ ਹੁਣ ਦੁਬਾਰੇ ਸ਼ੁਰੂ ਹੋ ਗਿਆ ਰਾਈਟ, ਨਵਾਂ 50-50 ਦੀ ਡਿਸਟਰੀਬਿਊਸ਼ਨ ਕੀਤੀ ਜਾਂਦੀ ਸੀ। 50% ਜਿਹੜਾ ਸਟੇਟਾਂ ਨੂੰ ਆ ਜਾਣਾ, 50% ਸੈਂਟਰ ਕੋਲ ਰਹਿ ਜਾਣਾ ਹੈਗਾ। ਤਾਂ 5 ਸਾਲ ਤੱਕ ਜਿਹੜਾ ਵੈਟ ਨਾਲੋਂ ਫਰਕ ਰਹਿਣਾ ਸੀ, ਉਹ ਸੈਂਟਰ ਗੌਰਮੈਂਟ ਨੇ ਦੇਣਾ ਸੀ, ਉਹ ਭਰਪਾਈ ਕਰਨੀ ਸੀ, ਭਰਪਾਈ ਕਰਨੀ ਸੀ। ਹੁਣ ਉਹ ਭਰਪਾਈ ਦੇ ਵਿੱਚ ਕਹਿਤਾ ਵੀ ਅਸੀਂ ਭਰਪਾਈ ਨਹੀਂ ਕਰਨੀ ਗੀ, ਹਾਲਾਂਕਿ ਲਿਖ ਕੇ ਦਿੱਤਾ ਹੋਇਆ ਹੈ। ਸਟੇਟਸ ਨੂੰ ਕਿਹਾ ਗਿਆ ਵੀ ਤੁਸੀਂ ਲੋਨ ਲੈ ਲਓ। ਕਿਉਂ ਨਹੀਂ ਸੈਂਟਰ ਗੌਰਮੈਂਟ ਲੋਨ ਲੈ ਕੇ ਸਟੇਟਸ ਨੂੰ ਆਪ ਦਿੰਦਾ? ਕਿਉਂਕਿ ਜਦੋਂ ਇੱਕ ਵਾਅਦਾ ਕੀਤਾ ਗਿਆ ਸੀਗਾ ਵੀ GST ਲਾਗੂ ਕਰੋ, ਇੱਕ ਤਾਂ ਇਹ। ਦੂਸਰਾ, ਇਹ ਹਾਲ ਤੱਕ ਵੀ ਜਿਹੜੇ ਹੈਗੇ 32 ਪੈਸੇ ਜਿਹੜੇ ਦੂਸਰੇ ਜਿਹੜੇ ਹੈਗੇ ਨੇ ਟੈਕਸ ਇਕੱਠੇ ਹੁੰਦੇ, 1 ਰੁਪਈਏ 'ਚੋਂ 32 ਪੈਸੇ ਪੰਜਾਬ ਕੋਲ ਜਾਂ ਸਟੇਟਾਂ ਕੋਲ ਆ ਰਹੇ ਨੇ, ਕਈਆਂ ਕੋਲ ਵੱਧ ਆ ਰਿਹਾ, ਕਿਸੇ ਕੋਲ ਘੱਟ ਆ ਰਹੇ ਨੇ। ਇਹਦੇ ਵਿੱਚ ਜਿਹੜਾ ਫਾਰਮੂਲਾ ਉਹ ਕਈ ਵਾਰੀ ਨਾ ਇਸ ਕਿਸਮ ਦਾ ਹੋ ਜਾਂਦਾ, ਜਿਵੇਂ ਕੇਰਲਾ ਹੈ ਜੀ, ਇੱਕ ਪਾਪੂਲੇਸ਼ਨ ਦਾ ਇਹਦੇ ਵਿੱਚ ਪੈਰਾਮੀਟਰ ਹੈ ਵੀ ਜੇ ਪਾਪੂਲੇਸ਼ਨ ਜ਼ਿਆਦਾ ਹੈ ਤਾਂ ਪੈਸੇ ਜ਼ਿਆਦਾ ਜਾਣਗੇ। ਕੇਰਲਾ ਨੇ ਫੈਮਿਲੀ ਪਲੈਨਿੰਗ ਕਰਕੇ ਪਾਪੂਲੇਸ਼ਨ ਰਿਡਿਊਸ ਕਰ ਲਈ ਤੇ ਉਹਦੇ ਪੈਸੇ ਘਟ ਰਹੇ ਹੈ ਜੀ। ਦੇਖੋ ਚੰਗੀ ਗੱਲ ਕਰ ਰਿਹਾ ਵੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਪਾਪੂਲੇਸ਼ਨ ਨੂੰ ਘਟਾਇਆ ਜਾ ਰਿਹਾ ਹੈਗਾ, ਫੈਮਿਲੀ ਪਲੈਨਿੰਗ ਉੱਥੇ ਲਾਗੂ ਕੀਤੀ ਜਾ ਰਹੀ ਹੈ ਤੇ ਉਹ ਸਟੇਟ ਪਨਿਸ਼ ਹੋ ਰਹੀ ਹੈ ਇਸ ਗੱਲ ਨਾਲ। ਸੋ ਇਹ ਸਾਰੀਆਂ ਚੀਜ਼ਾਂ ਚੇਂਜ ਕਰਨ ਦੀ ਲੋੜ ਹੈ। ਦੂਸਰੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਲੋਕਲ ਗੌਰਮੈਂਟ ਦੀ, ਦੇਖੋ ਆਪਾਂ ਕੈਨੇਡਾ ਦੇ ਵਿੱਚ ਲਈਏ, ਸਾਡੀਆਂ ਸਿਟੀ ਕਾਉਂਸਲਸ ਕਿੰਨਾ ਖਰਚਾ ਕਰ ਰਹੀਆਂ ਨੇ ਜੀ। ਇੰਡੀਆ ਦੇ ਵਿੱਚ ਜਿਹੜੀ ਲੋਕਲ ਗੌਰਮੈਂਟ ਹੈ ਸਿਰਫ 5.4% ਜਿਹੜਾ ਡਿਵੈਲਪਮੈਂਟ ਖਰਚਾ ਕਰ ਰਹੀ ਹੈ। ਇਸ ਨੂੰ ਠੀਕ ਕਰਨ ਲਈ ਬ੍ਰਾਜ਼ੀਲ ਦੇ ਵਿੱਚ 15% ਹੈ, OECD ਕੰਟਰੀਜ਼ ਨੇ ਜਿਹੜੇ 35 ਡਿਵੈਲਪਡ ਕੰਟਰੀਜ਼ ਨੇ, ਇਹਨਾਂ 'ਚ 30% ਹੈ ਜੀ। ਐਵਰੇਜ ਲਾਈਏ ਤਾਂ 30 ਦੇ ਨੇੜੇ ਹੈ ਜੀ। ਤਾਂ 73rd ਤੇ 74th ਅਮੈਂਡਮੈਂਟ ਕੀਤੀ ਸੀਗੀ, ਜਿਹੜੀ ਨੂੰ ਬਿਲਕੁਲ ਇੰਪਲੀਮੈਂਟ ਨਹੀਂ ਕੀਤਾ ਗਿਆ, ਜਿਹਦੇ ਵਿੱਚ ਪੰਚਾਇਤਾਂ ਤੱਕ ਇਹ ਅਧਿਕਾਰ ਸੀ ਵੀ ਉਹ ਆਪਣੇ ਸਾਧਨ ਇਕੱਠੇ ਕਰ ਸਕਦੀਆਂ, ਆਪਣੇ ਟੈਕਸ ਲਾ ਸਕਦੀਆਂ ਨੇ। ਇਹ ਬਿਲਕੁਲ ਲਾਗੂ ਨਹੀਂ ਕੀਤੀ ਗਈ। ਇਹ ਲਾਗੂ ਕਰਕੇ ਮੇਰਾ ਖਿਆਲ ਹੈਗਾ ਵੀ ਤਾਂ ਕਿ ਜਿਹੜਾ ਕੰਟਰੋਲ ਹੈ ਬਿਲਕੁਲ ਗਰਾਊਂਡ ਲੈਵਲ ਤੱਕ, ਤੀਜਾ ਟਾਇਰ ਆ ਜਿਹੜਾ ਉਸ ਤੱਕ ਪਹੁੰਚ ਜੇ, ਤਾਂ ਫਿਰ ਮੇਰੇ ਖਿਆਲ ਦੇ ਵਿੱਚ ਇਫੈਕਟਿਵਲੀ ਜਿਹੜੇ ਫੰਡ ਯੂਜ਼ ਹੋ ਸਕਦੇ ਨੇ ਅਤੇ ਉਹ ਪੰਚਾਇਤਾਂ ਜਾਂ ਲੋਕਲ ਬੋਡੀਜ਼ ਵੀ ਇਫੈਕਟਿਵ ਹੋ ਸਕਦੀਆਂ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਵੀ ਇਹਦੇ ਵਿੱਚ ਬਹੁਤ ਹੋਰ ਪਰਤਾਂ ਨੇ ਜਿਹੜੀਆਂ ਆਪਾਂ ਅੱਗੇ ਬਹਿ ਕੇ ਬਹੁਤ ਲੰਬਾ ਸਮਾਂ ਚਾਹੇ ਬਹੁਤ ਲੰਮੀ ਡਿਸਕਸ਼ਨ ਕਰ ਸਕਦੇ ਹਾਂ, ਪਰ ਇਸ ਜਾਣਕਾਰੀ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ।